वन वेलकम और वेलकम बैक टू माई चैनल BA ਸਮੈਸਟਰ 5 ਹਿਸਟਰੀ ਆਫ ਦਾ ਵਰਲਡ ਆਪਾਂ ਸਟਾਰਟ ਕੀਤਾ ਹੋਇਆ ਹੈ, ਜਿਸ ਦੇ ਵਿੱਚ ਰਨਾਇਸੈਂਸ ਪੀਰੀਅਡ, ਰੀਫੋਰਮੇਸ਼ਨ ਪੀਰੀਅਡ, ਫ੍ਰੈਂਚ ਰੈਵੋਲੂਸ਼ਨ ਦੇ ਰੀਜ਼ਨਸ ਆਪਾਂ ਕਵਰ ਕਰ ਚੁੱਕੇ ਹਾਂ। ਅੱਜ ਦਾ ਆਪਣਾ ਟੌਪਿਕ ਹੈ ਫਰਾਂਸ ਦੀ ਕ੍ਰਾਂਤੀ ਦੇ ਪ੍ਰਭਾਵ। ਠੀਕ ਹੈ, ਇਫੈਕਟਸ ਜਿਹੜੇ ਨੇ, ਰਿਜ਼ਲਟਸ ਜਿਹੜੇ ਨੇ ਅੱਜ ਕਵਰ ਕਰਾਂਗੇ। ਤੇ ਨਾਲ ਹੀ ਦੋਸਤੋ, ਇਸ ਤੋਂ ਪਹਿਲਾਂ ਜਿੰਨੇ ਵੀ ਵੀਡੀਓਜ਼ ਪਾਏ ਨੇ ਪਹਿਲਾਂ ਉਹ ਜ਼ਰੂਰ ਚੈੱਕਆਊਟ ਕਰਿਓ, ਬਿਕੋਜ਼ ਉਹਨਾਂ ਦੇ ਨਾਲ ਤੁਹਾਡਾ ਬੇਸ ਬਣੇਗਾ ਅੱਜ ਦੀ ਵੀਡੀਓ ਦੇ ਲਈ। ਠੀਕ ਹੈ, ਤੇ ਨਾਲ ਹੀ ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ। ਮੀਤ ਸਟੱਡੀ ਹਬ ਨਾਮ ਦਾ ਸਰਚ ਕਰਕੇ ਤੁਸੀਂ ਜਿਹੜਾ ਹੈ ਚੈਨਲ 'ਤੇ ਅਪਡੇਟਸ ਲੈ ਸਕਦੇ ਹੋ। ਇੰਸਟਾਗ੍ਰਾਮ ਦੇ ਉੱਤੇ ਵੀ ਮੇਰਾ ਅਕਾਊਂਟ ਹੈ, ਉਸ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ। ਸੋ ਸਟਾਰਟ ਕਰਦੇ ਹਾਂ। ਫਰਾਂਸ ਦੀ ਕ੍ਰਾਂਤੀ ਦੇ ਪ੍ਰਭਾਵਾਂ ਦਾ ਵਰਣਨ ਕਰੋ। ਦੇਖੋ, ਫਰਾਂਸ ਦੀ ਕ੍ਰਾਂਤੀ ਦੇ ਰੀਜ਼ਨਸ ਆਪਾਂ ਪੜ੍ਹੇ ਆ, ਤਾਂ ਪ੍ਰਭਾਵ ਜਿਹੜੇ ਨੇ ਉਹ ਇਸ ਪ੍ਰਕਾਰ ਨੇ। ਫਰਾਂਸ 'ਤੇ ਕੀ ਪ੍ਰਭਾਵ ਪਿਆ ਇਸ ਰੈਵੋਲੂਸ਼ਨ ਦਾ। ਫਰਾਂਸੀਸੀ ਕ੍ਰਾਂਤੀ ਦੇ ਜਿਹੜੇ ਰਿਜ਼ਲਟਸ ਨਿਕਲੇ ਸੀ ਸਰਵਵਿਆਪੀ ਸੀ, ਮਤਲਬ ਯੂਨੀਵਰਸਲ ਸੀ। ਕਿਉਂਕਿ ਇੱਥੋਂ ਦੀ ਜਿਹੜੇ ਸੀ ਬਹੁਤ ਜ਼ਿਆਦਾ ਵਰਡਸ ਜਿਹੜੇ ਨੇ ਇੰਪੋਰਟੈਂਟ, ਕਿਹੜੇ ਸੁਤੰਤਰਤਾ, ਸਮਾਨਤਾ, ਭਾਈਚਾਰਾ, ਇਹ ਤਿੰਨ ਕੀਮਤੀ ਹੀਰੇ ਯਾਨੀ ਕਿ ਜੈਮਸ ਵਰਗੇ ਵਰਡਸ ਜਿਹੜੇ ਸੀ ਇਹ ਨਿਕਲੇ ਸੀ। ਠੀਕ ਹੈ, ਤਾਂ ਨਾਲ ਹੀ ਜਿਹੜਾ ਸੀ ਸਾਰੇ ਦੇਸ਼ ਹਿਲ ਗਏ ਸੀ ਇਸ ਕ੍ਰਾਂਤੀ ਤੋਂ। ਸਾਰੇ ਜਾਗਰੂਕ ਹੋ ਗਏ ਸੀ ਆਪਣੇ ਜਿਹੜੇ ਸੀ ਚੀਜ਼ਾਂ ਦੇ ਪ੍ਰਤੀ, ਕਿ ਸਾਨੂੰ ਵੀ ਇਹ ਚੀਜ਼ ਅਧਿਕਾਰ ਚਾਹੀਦੇ ਨੇ। ਤਾਂ ਲੋਕਾਂ ਨੇ ਜਿਹੜਾ ਸੀਗਾ ਸਾਰੇ ਵਰਲਡ ਦੇ ਵਿੱਚ ਤਹਿਲਕਾ ਮਚ ਗਿਆ ਸੀ। ਫਿਰ ਇਸ ਕ੍ਰਾਂਤੀ ਨੇ ਫਰਾਂਸ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਓਬਵੀਅਸ ਹੈ ਕਿ ਜਿੱਥੋਂ ਇਹ ਧੂੰਆਂ ਨਿਕਲਣਾ ਉੱਥੇ ਜਿਹੜੀ ਹੈ ਅੱਗ ਦੀਆਂ ਲਪਟਾਂ ਜ਼ਿਆਦਾ ਹੋਣਗੀਆਂ, ਹੈ ਨਾ। ਸੋ ਇਸ ਕ੍ਰਾਂਤੀ ਨੇ ਫਰਾਂਸ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਢਾਂਚੇ 'ਤੇ ਹੇਠ ਲਿਖੇ ਜਿਹੜੇ ਸੀ ਪ੍ਰਭਾਵ ਪਾਏ। ਫਸਟ ਆਫ ਆਲ ਤਾਂ ਫਰਾਂਸ ਮਾਨਵਤਾ ਦਾ ਪ੍ਰਤੀਨਿਧੀ। ਫਰਾਂਸ ਦੀ ਕ੍ਰਾਂਤੀ ਦੇ ਕਰਕੇ ਫਰਾਂਸ ਸਾਰੀ ਮਾਨਵਤਾ ਯਾਨੀ ਕਿ ਸਾਰੀ ਹਿਊਮੈਨਿਟੀ ਦਾ ਪ੍ਰਤੀਨਿਧ ਬਣ ਗਿਆ, ਮੋਢੀ ਬਣ ਗਿਆ। ਬਿਕੋਜ਼ ਇਹਦੇ ਵਿੱਚੋਂ ਤਿੰਨ ਜਿਹੜੇ ਸੀ ਕੀਮਤੀ ਜਿਹੜੇ ਸੀ ਵਰਡਸ ਨਿਕਲੇ ਸੀ, ਸੁਤੰਤਰਤਾ, ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ। ਤਿੰਨ ਜਿਹੜੇ ਸੀ ਵਰਡਸ ਨਿਕਲੇ ਸੀ। ਭਵਿੱਖ ਦੇ ਸਾਰੇ ਸੁਧਾਰਕਾਂ, ਕ੍ਰਾਂਤੀਕਾਰੀਆਂ ਦੇ ਇਹ ਜਿਹੜੇ ਤਿੰਨ ਸਿਧਾਂਤ ਸੀ ਇਹ ਮੂਲ ਮੰਤਰ ਬਣ ਗਏ। ਸਭ ਨੇ ਇਹ ਚੀਜ਼ ਦਾ ਜਿਹੜਾ ਸੀਗਾ ਜੈਕਾਰਾ ਬੋਲਣਾ ਸਟਾਰਟ ਕਰਤਾ ਕਿ ਸਾਨੂੰ ਸੁਤੰਤਰਤਾ ਚਾਹੀਦੀ ਹੈ, ਸਮਾਨਤਾ ਚਾਹੀਦੀ ਹੈ, ਅਤੇ ਭਾਈਚਾਰਾ ਜਿਹੜਾ ਹੈ ਅਸੀਂ ਮੇਨਟੇਨ ਕਰਕੇ ਰਵਾਂਗੇ। ਕ੍ਰਾਂਤੀ ਦੇ ਕਾਰਨ ਫਰਾਂਸ ਦੇ ਲੋਕਾਂ ਨੂੰ ਰਾਜਨੀਤਿਕ ਸੁਤੰਤਰਤਾ ਦੀ ਪ੍ਰਾਪਤੀ ਹੋਈ ਕਿ ਅਸੀਂ ਵੀ ਜਿਹੜੇ ਹੈਗੇ ਆ ਰਾਜਨੀਤੀ 'ਚ ਹਿੱਸਾ ਪਾਵਾਂਗੇ। ਪ੍ਰਜਾਤੰਤਰ ਸ਼ਾਸਨ ਦੀ ਸ਼ੁਰੂਆਤ ਹੋਈ, ਮਤਲਬ ਪ੍ਰਜਾਤੰਤਰ ਯਾਨੀ ਕਿ ਲੋਕਤੰਤਰ। ਠੀਕ ਹੈ, ਲੋਕਤੰਤਰ ਸ਼ਾਸਨ ਦੀ ਸ਼ੁਰੂਆਤ ਹੋਈ। ਵੋਟ ਦੁਆਰਾ ਸ਼ਾਸਕ ਵਰਗ ਦੀ ਚੋਣ ਹੋਣ ਲੱਗੀ। ਪਹਿਲਾਂ ਕੀ ਸੀਗਾ, ਰਾਜੇ ਸੀਗੇ। ਠੀਕ ਹੈ, ਲੂਈਸ 14ਵਾਂ ਹੋ ਗਿਆ, 15ਵਾਂ ਹੋ ਗਿਆ। ਠੀਕ ਹੈ, ਇੱਦਾਂ ਤਾਂ ਇਹਨਾਂ ਨੇ ਬਹੁਤ ਹੀ ਜ਼ਿਆਦਾ ਅੱਤ ਚੱਕੀ ਹੋਈ ਸੀ, ਅਤਿਆਚਾਰ ਕਰ ਰਹੇ ਸੀ, ਹੈ ਨਾ, ਬਹੁਤ ਹੀ ਜ਼ਿਆਦਾ ਭੋਗ ਵਿਲਾਸ 'ਚ ਡੁੱਬੇ ਹੋਏ ਸੀ। ਲੇਕਿਨ ਜਦੋਂ ਫਰੈਂਚ ਰੈਵੋਲਿਊਸ਼ਨ ਦੀਆਂ ਜਿਹੜੀਆਂ ਹੈ ਜੜ੍ਹਾਂ ਫੈਲਣੀਆਂ ਸਟਾਰਟ ਹੋਈਆਂ ਤਾਂ ਲੋਕਤੰਤਰ ਸ਼ਾਸਨ ਆ ਗਿਆ। ਲੋਕਾਂ ਦੀ ਸਰਕਾਰ, ਲੋਕਾਂ ਲਈ, ਲੋਕਾਂ ਵਾਸਤੇ ਸਰਕਾਰ, ਅਤੇ ਵੋਟਾਂ ਦੁਆਰਾ ਸ਼ਾਸਕ ਵਰਗ ਦੀ ਚੋਣ ਹੋਣ ਲੱਗੀ। ਫਰਾਂਸ ਦੇ ਰਾਜ ਦਾ ਫਰਾਂਸ ਰਾਸ਼ਟਰ ਵਿੱਚ ਪਰਿਵਰਤਨ। ਹੁਣ ਦੇਖੋ, ਰਾਜ ਸੀ ਕੀ ਬਣ ਗਿਆ, ਰਾਸ਼ਟਰ। ਫਰਾਂਸੀਸੀ ਕ੍ਰਾਂਤੀ ਦੇ ਕਾਰਨ ਫਰਾਂਸ ਵਿੱਚ ਰਾਸ਼ਟਰੀਅਤਾ, ਨੈਸ਼ਨਲਿਜ਼ਮ ਦੀ ਜਿਹੜੀ ਸੀਗੀ ਜਨਮ ਹੋਇਆ, ਅਤੇ ਫਰਾਂਸ ਦਾ ਰਾਜ ਫਰਾਂਸੀਸੀ ਰਾਸ਼ਟਰ ਦੇ ਵਿੱਚ ਬਦਲ ਗਿਆ। ਲੋਕ ਰਾਜ ਭਗਤ ਹੋਣ ਦੀ ਬਜਾਏ ਦੇਸ਼ ਪ੍ਰੇਮ ਦੀਆਂ ਭਾਵਨਾਵਾਂ ਦੇ ਨਾਲ ਭਰ ਗਏ। ਠੀਕ ਹੈ, ਪਹਿਲਾਂ ਕੀ ਸੀਗੇ, ਰਾਜੇ ਦੇ ਭਗਤ ਹੁੰਦੇ ਸੀ। ਠੀਕ ਹੈ, ਜੋ ਰਾਜਾ ਹੁਕਮ ਕਰਦਾ ਸੀ ਉਹ ਇਹਨਾਂ ਨੂੰ ਮੰਨਣਾ ਪੈਂਦਾ ਸੀ। ਲੇਕਿਨ ਹੁਣ ਜਿਹੜਾ ਸੀ ਉਹਨਾਂ 'ਚ ਨੈਸ਼ਨੈਲਿਟੀ, ਪੈਟਰੀਓਟਿਜ਼ਮ ਦੀ ਜਿਹੜੀ ਫੀਲਿੰਗ ਸੀ ਉਹ ਆਉਣੀ ਸਟਾਰਟ ਹੋ ਗਈ, ਅਤੇ ਰਾਸ਼ਟਰ ਦੀ ਸੁਰੱਖਿਆ ਦੇ ਲਈ ਉਹ ਆਪਣਾ ਸਭ ਕੁਝ ਤਿਆਗ ਕਰਨ ਦੇ ਲਈ ਵੀ ਜਿਹੜੇ ਸੀ ਤਿਆਰ ਹੋਣੇ ਸਟਾਰਟ ਹੋ ਗਏ। ਨਿਰੰਕੁਸ਼ ਸ਼ਾਸਨ ਦਾ ਅੰਤ। ਹੁਣ ਰਾਜਾ ਜਿਹੜਾ ਸੀ ਨਿਰੰਕੁਸ਼ ਸੀ, ਉਹਦੇ ਸ਼ਾਸਨ ਦਾ ਅੰਤ ਇਹਨਾਂ ਲੋਕਾਂ ਨੇ ਕਰਤਾ। ਫਰਾਂਸੀਸੀ ਕ੍ਰਾਂਤੀ ਤੋਂ ਪਹਿਲਾਂ ਫਰਾਂਸ ਤੇ ਬੁਰਬੋ ਵੰਸ਼ ਦੇ ਰਾਜਿਆਂ ਦਾ ਜਿਹੜਾ ਸੀਗਾ ਸ਼ਾਸਨ ਸੀ। ਬੁਰਬੋ ਸ਼ਾਸਕ ਜਿਹੜੇ ਸੀ ਪੂਰਨ ਰੂਪ ਵਿੱਚ ਨਿਰੰਕੁਸ਼ ਸੀ। ਨਿਰੰਕੁਸ਼ ਯਾਨੀ ਕਿ ਕਿਸੇ ਦੀ ਵੀ ਨਹੀਂ ਸੀ ਮੰਨਦੇ, ਆਪਣੀ ਚਲਾਉਂਦੇ ਸੀ। ਰਾਜਾ ਦੇ ਦੈਵੀ ਅਧਿਕਾਰ ਜਿਹੜੇ ਸੀ ਹੁੰਦੇ, ਦੈਵੀ ਅਧਿਕਾਰ ਮਤਲਬ ਜੋ ਰਾਜਾ ਕਹੇਗਾ ਉਹੀ ਕਾਨੂੰਨ ਹੈ, ਅਤੇ ਉਹ ਖੁਦ ਨੂੰ ਰੱਬ ਦਾ ਜਿਹੜਾ ਸੀਗਾ ਰਿਪਰਜੈਂਟੇਟਿਵ ਯਾਨੀ ਕਿ ਪ੍ਰਤੀਨਿਧੀ ਬਣਦਾ ਸੀ। ਉਹਨੂੰ ਐ ਸੀ ਕਿ ਜੋ ਮੈਂ ਕਹਤਾ ਉਹ ਰੱਬ ਦਾ ਹੀ ਹੁਕਮ ਹੈ। ਤਾਂ ਉਸ ਤੋਂ ਬਾਅਦ 'ਚ ਲੋਕਾਂ ਨੂੰ ਇਹ ਚੀਜ਼ ਸਮਝਣੀ ਸਟਾਰਟ ਕਰਤੀ ਉਹਨਾਂ ਨੇ ਕਿ ਜਿਹੜਾ ਹੈ ਇਸ ਦਾ ਅੰਤ ਆਪਾਂ ਨੇ ਕਰਨਾ ਹੈ, ਨਿਰੰਕੁਸ਼ ਸ਼ਾਸਨ ਦਾ। ਪਰੰਤੂ ਫਰਾਂਸੀਸੀ ਕ੍ਰਾਂਤੀ ਨੇ ਰਾਜਾ ਦੇ ਦੈਵੀ ਅਧਿਕਾਰਾਂ ਨੂੰ ਸਦਾ ਲਈ ਖਤਮ ਕਰਤਾ, ਅਤੇ ਫਰਾਂਸ ਨੂੰ 1791 ਦੇ ਵਿੱਚ ਜੋ ਸੰਵਿਧਾਨ ਮਿਲਿਆ ਉਸ ਵਿੱਚ ਰਾਜਾ ਨੂੰ ਫਰਾਂਸੀਸੀ ਲੋਕਾਂ ਦਾ ਸ਼ਾਸਕ ਘੋਸ਼ਿਤ ਕੀਤਾ ਗਿਆ ਅਤੇ ਉਸ ਦੀਆਂ ਸ਼ਕਤੀਆਂ ਸੀਮਿਤ ਕਰਤੀਆਂ। ਠੀਕ ਹੈ, ਕਿ ਲੋਕਾਂ ਦਾ ਸ਼ਾਸਕ ਹੈ, ਜਿਹੜਾ ਵੀ ਰਾਜਾ ਹੋਏਗਾ ਉਹ ਲੋਕਾਂ ਦਾ ਸ਼ਾਸਕ ਹੋਏਗਾ, ਅਤੇ ਉਸਦੀਆਂ ਸ਼ਕਤੀਆਂ ਕੀ ਨੇ, ਲਿਮਿਟਡ। ਪਹਿਲਾਂ ਕੀ ਸੀ, ਲਿਮਿਟਲੈਸ ਸੀ, ਅਸੀਮਤ ਸ਼ਕਤੀਆਂ ਸੀ, ਅਤੇ ਉਹ ਜੋ ਵੀ ਮੂੰਹੋਂ ਕੱਢਦਾ ਸੀ ਉਹ ਉਸਦਾ ਹੁਕਮ ਮੰਨਿਆ ਜਾਂਦਾ ਸੀ, ਰੱਬ ਦਾ ਹੁਕਮ ਮੰਨਿਆ ਜਾਂਦਾ ਸੀ। ਤਾਂ ਇਹ ਸਾਰੀਆਂ ਸ਼ਕਤੀਆਂ ਖਤਮ ਕਰ ਦਿੱਤੀਆਂ ਗਿਆ। ਰਾਜੇ ਨੂੰ ਇਹ ਮਹਿਸੂਸ ਕਰਾ ਦਿੱਤਾ ਗਿਆ ਕਿ ਉਸਨੂੰ ਇਹ ਜਿਹੜਾ ਪਦਵੀ ਹੈ ਉਹ
जनता ने दिती है तो जनता प्रति वो उत्तरदाई है तो उसनूं कदे भी गद्दी तो उतारिया जा सकता है। लिखत संविधान मिल गया, ठीक है। फ्रांसीसी क्रांति तो बाद ये सब तो पहला आपां कहीए तां यूरोप महाद्वीप का पहला लिखित संविधान सी। क्रांति तो पहला फ्रांसीसी शासन प्रणाली का कोई निश्चित सिद्धांत नहीं सी, कोई कानून नहीं सी, कोई संविधान नहीं सी, लेकिन इस तो बाद जिहड़ा सी एक लिखती रिटन संविधान जिहड़ा सी इन्हां नूं मिलिया। उत्थे विधानपालिका, कार्यपालिका, न्यायपालिका जिहड़ियां सीगीआं पहलां फ्रेंच रेवोल्यूशन आउण तो पहलां ये सारियां विधानपालिका होगी, कार्यपालिका होगी, न्यायपालिका होगी, ये सारियां शक्तियां पूर्ण रूप दे विच राजे दे हत्थ 'च सी। राजा ही विधानपालिका, कार्यपालिका, न्यायपालिका दा मुखी हुंदा सी अते अधिकार भी जिहड़े सीगे मंत्रियां दे, उच्च अधिकारियां दे अधिकार भी स्पष्ट नहीं सी। वो अपणियां मनमानियां करदे हुंदे सीगे ते अपने अधिकारां दा दुरुपयोग करदे सी। क्रांति तो बाद फ्रांस की राष्ट्र सभा ने देश के लिए एक लिखती संविधान जिहड़ा सीगा तैयार किया कि इस दे अकॉर्डिंग जिहड़ा है न्याय किया जाएगा फ्रांस दे विच। सामंतवाद का अंत यानी कि जगीरदारी प्रथा का अंत हो गया। सामंत वर्ग पहला की सी अपने कर बहुत ज़्यादा वसूल करते सीगे, राजे नूं सेनावां दिंदे हुंदे सीगे है ना, तां आप भी जिहड़े सी कुलीन वर्गां दे वांगू जिहड़ा सीगा ऐशो आराम की जिंदगी बतीत करते सी, अपने विशेष अधिकारां दा दुरुपयोग करते सी। जनता की माड़ी हालत के जिम्मेवार भी जिहड़े सीगे सामंत जगीरदार ही सी। इसे करके जिहड़ा सीगा लोकां ने इन्हां दे विरुद्ध भी आवाज़ उठाई ते इन्हां दा अंत कर दिता। तो इसका मतलब की होया कि तानाशाही का भी जिहड़ा सी अंत हो गया अते सारे वर्ग जिन्ने भी समाज दे सीगे दबे कुचले जिन्ने भी सी उन्हां सारे वर्गां नूं उन्नति दे बराबर मौके प्राप्त होए, क्योंकि ये जिहड़े सीगे सामंत इन्हां करके काफ़ी सारे लोकां नूं वपारियां नूं अपना जिहड़ा सीगा घर छड्ड के फ्रांस तो बाहर जाना पिया सी। ठीक है, तां हुण लोकां ने जिहड़ा सीगा अपने शिल्पकारियां ने अपने जिहड़े सीगे शिल्पकारी हो गए, चित्रकार हो गए, कोई भी वर्ग हो गया तो उन्होंने अपने रिलेटेड काम करने स्टार्ट कर दिते। उन्नति के बराबर मौके उन्होंने मिल के। चर्च के प्रभाव च कमी, आप पिछे क्वेश्चन च पढ़िया है कि क्रांति तो पहला की सीगा बहुत ही ज़्यादा सीगे बहुत ही ज़्यादा पादरियां ने अत्याचार कर रहे सी, पादरी जिहड़े उच्च वर्ग के पादरी सी। ठीक है, नीवें दर्जे के पादरियां दे उत्ते भी बहुत ही ज़्यादा क्रूएल्टी दिखा रहे सीगे ते उन्हां करके ही बहुत सारे जिहड़े सीगे पादरी छोटे पादरी जिहड़े सीगे वो अपना देश छड्ड के चले गए सी। पर जिन्हां पादरियां ने फ्रांस च रहण दा निश्चित किया, ठीक है, सो उस तो बाद जदों ये फ्रांस की रेवोल्यूशन तो बाद की गल हैगी कि पहलां की हुंदा सीगा कि छोटे जिहड़े पादरी हुंदे सी उन्हां नूं इत्थों दी कढ दिता जांदा सीगा ते वो बेचारे कई बार की सीगा क्योंकि कैथोलिक धर्म आ गया सी तां जिहड़े प्रोटेस्टेंट वाले सी इत्थों चले गए सी। उस तो बाद दे विच जिन्ने भी रह गए सी फिर उन्होंने की कीता फ्रांस च रहण दी कोशिश की कि असी जिहड़ा है इत्थे वधिया तरीके नाल रवांगे अते संविधान दे प्रति वफादार रवांगे। तां चर्च विच संपत्ति दे उत्ते काहदा अधिकार हो गया, राज का। ठीक है, अते पहली बार चर्च का राज ते उत्ते प्रभुत्व जिहड़ी सी सोवन जिहड़ा आपां कहने ना राज वो घट गया ਅਤੇ ਨਾਲ ही पौप का महत्व भी घट गया, पादरियां का महत्व भी घट गया तो हुण वो धर्म करम के काम करन लग गए। राज के प्रति जिहड़ा सी न्याय करन दा काम वो करदे सी, कानून बनाउण दा वो काम करदे सी ना, वो चीज़ां दा अंत हो गया। हुण इन्हां ने सिर्फ और सिर्फ धर्म के प्रति जिहड़े सी जागरूक होने स्टार्ट हो गए। उन्हां नूं समझ आ गई कि अगर साने इस देश दे विच रहना, क्योंकि काफ़ी सारिਆਂ नूं बाहर भजाता सी, काफ़ी सारे देश छड्ड के चले गए सीगे, पर जिहड़े रह गए वो तां उन्हां ने सोच चुकी कि असीं जिहड़ा है धर्म करम दा ही काम करांगे। किसानां दी दशा च परिवर्तन, हुण किसान जिहड़े सी बेचारे बहुत ही ज़्यादा टैक्स पे करते सी है ना, इस करके जिहड़े सी उन्हां दी हालत बड़ी खराब हो रही सी ते वो दिल लगा के प्रोडक्शन नहीं सी करती। तां कुछ ये सीगा कि जगीरदारां नूं टैक्स बहुत ज़्यादा देना पैंदा सी। हुण जदों जगीरदारी प्रथा का अंत हो गया तां उन्हां नूं करां तो मुक्ति मिल गई काफ़ी प्रकार दे, तां उन्हां ने हुण ना तां इन्ने ज़्यादा कर देने सी भूमीपतियां नूं, ना ही चर्च नूं कर देना सी, तो वो अपनी आमदन का उचित प्रयोग करते सी, दिल लगा के प्रोडक्शन करते सी, जिस दे नाल देश दे विच उन्नति वगैरह होनी स्टार्ट हो गई। ਤਾਂ ਇਹ ਪ੍ਰਭਾਵ ਪਿਆ। ਇੰਗਲੈਂਡ 'ਤੇ ਕੀ ਪ੍ਰਭਾਵ ਪਿਆ, ਤਾਂ ਇੰਗਲੈਂਡ ਦੇ ਉੱਤੇ ਵੀ ਫਰਾਂਸੀਸੀ ਕ੍ਰਾਂਤੀ ਦੇ ਜਿਹੜੇ ਪ੍ਰਭਾਵ ਪਏ ਨੇ, ਸਭ ਤੋਂ ਫਸਟ ਆਫ ਆਲ ਤਾਂ ਹੈ ਸੁਧਾਰ ਅੰਦੋਲਨਾਂ 'ਤੇ ਪ੍ਰਭਾਵ ਪਿਆ। ਇੰਗਲੈਂਡ ਦੇ ਪ੍ਰਧਾਨ ਮੰਤਰੀ ਯੰਗਰ ਪਿਟ ਨੇ ਸ਼ੁਰੂ ਵਿੱਚ ਫਰਾਂਸੀਸੀ ਕ੍ਰਾਂਤੀ ਦਾ ਸਵਾਗਤ ਕੀਤਾ। ਉਸ ਨੂੰ ਇੱਦਾਂ ਸੀ ਕਿ ਫਰਾਂਸ ਵਿੱਚ ਇੰਗਲੈਂਡ ਦੀ ਤਰ੍ਹਾਂ ਪ੍ਰਜਾਤੰਤਰ ਸਥਾਪਿਤ ਹੋ ਜਾਏਗਾ, ਪਰ ਆਤੰਕ ਦੇ ਯੁੱਗ ਹੋਣ ਕਰਕੇ ਅਤਿਆਚਾਰਾਂ ਨੂੰ ਦੇਖ ਕੇ ਉਹ ਕ੍ਰਾਂਤੀ ਦਾ ਵਿਰੋਧੀ ਹੋ ਗਿਆ। ਉਹਨੂੰ ਐ ਲੱਗਿਆ ਕਿ ਬਹੁਤ ਹੀ ਅਤਿਆਚਾਰ ਹੋ ਰਹੇ ਨੇ, ਬਹੁਤ ਹੀ ਜ਼ਿਆਦਾ ਖੂਨੋ ਖੂਨ ਹੋ ਰਿਹਾ, ਤਾਂ ਉਹ ਇਸ ਚੀਜ਼ ਦਾ ਵਿਰੋਧੀ ਬਣ ਗਿਆ। उसने इंग्लैंड विच क्रांति के विचारों का प्रसार रोकने लई दमन की नीति अपनाई। उन्होंने इदां सी कि इंग्लैंड च भी यही हाहाकार होएगा, तो उसने दमन की नीति जिहड़े भी विद्रोह करते सी इंग्लैंड के लोग, तो उन्होंने जिहड़ा सीगा उसनूं रोकण लई मारना कुटना स्टार्ट करता।
ਪਰ ਫਿਰ ਵੀ ਇੰਗਲੈਂਡ ਜਿਹੜਾ ਸੀ ਕ੍ਰਾਂਤੀ ਦੇ ਪ੍ਰਭਾਵਾਂ ਤੋਂ ਬਚਿਆ ਨਹੀਂ ਰਿਹਾ। ਕ੍ਰਾਂਤੀ ਦੇ 3 ਸਿਧਾਂਤ ਸਮਾਨਤਾ, ਸੁਤੰਤਰਤਾ, ਭਾਈਚਾਰਾ ਇੰਗਲੈਂਡ ਦੇ ਲੋਕਾਂ ਦਾ ਆਦਰਸ਼ ਬਣ ਗਏ। ਫਲਸਰੂਪ ਇੰਗਲੈਂਡ ਵਿੱਚ ਰਾਜਨੀਤਿਕ ਅਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੀ ਮੰਗ ਜਿਹੜੀ ਸੀ ਜ਼ੋਰ ਫੜਨ ਲੱਗੀ। ਤਾਂ ਉੱਥੋਂ ਵੀ ਜਿਹੜੇ ਸੀ ਲਲਕਾਰੇ ਵੱਜਣ ਲੱਗੇ ਕਿ ਸਾਨੂੰ ਰਾਜਨੀਤਿਕ ਸਮਾਜਿਕ ਬੁਰਾਈਆਂ ਜਿਹੜੀਆਂ ਹੈ ਖਤਮ ਕਰਨੀਆਂ ਨੇ। ਅਨੇਕ ਨੇਤਾ ਜਿਹੜੇ ਸੀ ਇਕੱਠੇ ਹੋਏ, ਉਹਨਾਂ ਨੇ ਸੁਧਾਰ ਅੰਦੋਲਨ ਜਾਰੀ ਰੱਖਣ ਲਈ ਨਵੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ, ਆਪਣੇ ਅਕੋਰਡਿੰਗ ਆਰਗੇਨਾਈਜੇਸ਼ਨਸ ਬਣਾਈਆਂ ਅਤੇ ਸਰਵਜਨਕ ਵੋਟ ਦਾ ਅਧਿਕਾਰ, ਮਨੁੱਖ ਦੇ ਮੌਲਿਕ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਵੀ ਵਿਸ਼ੇਸ਼ ਰੂਪ ਦੇ ਨਾਲ ਯਤਨ ਕੀਤੇ ਗਏ। ਉਸ ਤੋਂ ਬਾਅਦ 'ਚ ਰਾਜਨੀਤਿਕ ਦਲਾਂ 'ਤੇ ਪ੍ਰਭਾਵ। ਇੰਗਲੈਂਡ ਵਿੱਚ ਫਰਾਂਸੀਸੀ ਕ੍ਰਾਂਤੀ ਦਾ ਪ੍ਰਭਾਵ ਰਾਜਨੀਤਿਕ ਦਲਾਂ 'ਤੇ ਵੀ ਪਿਆ। ਠੀਕ ਹੈ, ਜਿੰਨੇ ਵੀ ਰਾਜਨੀਤਿਕ ਦਲ ਸੀ ਉਹਨਾਂ 'ਤੇ ਵੀ ਪ੍ਰਭਾਵ ਪਿਆ ਕਿ ਇਸ ਕ੍ਰਾਂਤੀ ਦੇ ਨਾਲ ਵਿਗ ਪਾਰਟੀ ਦੇ ਨੇਤਾ ਫੌਕਸ ਅਤੇ ਜਿਹੜਾ ਥਰਕ ਹੈ ਇਹਦੇ ਵਿੱਚ ਮਤਭੇਦ ਪੈਦਾ ਹੋ ਗਏ। ਫੌਕਸ ਕ੍ਰਾਂਤੀ ਦਾ ਜਿਹੜਾ ਕ੍ਰਾਂਤੀ ਦੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਸੀ, ਪਰ ਬਰਗ ਜਿਹੜਾ ਸੀਗਾ ਉਹ ਸਖਤ ਵਿਰੋਧੀ ਸੀ। ਇਹਨਾਂ ਦੋਨਾਂ ਨੇਤਾਵਾਂ ਦੇ ਵਿਚਾਰਾਂ ਦੇ ਵਿੱਚ ਤਾਲਮੇਲ ਅਸੰਭਵ ਹੋ ਗਿਆ ਅਤੇ ਬਰਗ ਆਪਣੇ ਸਾਥੀਆਂ ਦੇ ਨਾਲ ਜਿਹੜਾ ਸੀਗਾ ਪਿੱਟ ਨਾਲ ਜਾ ਮਿਲਿਆ, ਜੋ ਕਿ ਪਹਿਲਾਂ ਹੀ ਕ੍ਰਾਂਤੀਕਾਰੀ ਵਿਚਾਰਾਂ ਦੇ ਵਿਰੁੱਧ ਸੀ। ਸੋ ਇੱਦਾਂ ਜਿਹੜੀ ਸੀ ਫੁੱਟ ਪੈਣੀ ਉੱਥੇ ਵੀ ਸਟਾਰਟ ਹੋ ਗਈ, ਰਾਜਨੀਤਿਕ ਦਲਾਂ ਦੇ ਵਿੱਚ ਵੰਡ ਜਿਹੜੀ ਸੀ ਪੈਣੀ ਸਟਾਰਟ ਹੋ ਗਈ ਅਤੇ ਆਪੋ ਆਪਣਾ ਪ੍ਰਭਾਵ ਉਹ ਪਾਉਣ ਲੱਗ ਗਏ। ਅੰਗਰੇਜ਼ੀ ਸਾਹਿਤ 'ਤੇ ਵੀ ਪ੍ਰਭਾਵ ਪਿਆ। ਫਰਾਂਸੀਸੀ ਕ੍ਰਾਂਤੀ ਦਾ ਅੰਗਰੇਜ਼ੀ ਸਾਹਿਤ 'ਤੇ ਬੜਾ ਡੂੰਘਾ ਪ੍ਰਭਾਵ ਪਿਆ। ਇੰਗਲੈਂਡ ਦੇ ਕੁਝ ਸਾਹਿਤਕਾਰ ਇਸ ਕ੍ਰਾਂਤੀ ਦੇ ਨਾਲ ਬੜੇ ਪ੍ਰਭਾਵਿਤ ਹੋਏ। ਉਹਨਾਂ ਨੇ ਜਿਹੜਾ ਸੀ ਲਿਟਰੇਚਰ ਜੋ ਵੀ ਉਹ ਲਿਖ ਰਹੇ ਸੀ ਉਹਦੇ ਉੱਤੇ ਫਰੈਂਚ ਰੈਵੋਲਿਊਸ਼ਨ ਦੀਆਂ ਗੱਲਾਂ ਜਿਹੜੀਆਂ ਸੀ ਲਿਖਣੀਆਂ ਸਟਾਰਟ ਕਰਤੀਆਂ, ਜਿਵੇਂ ਵਰਡਸਵਰਥ ਹੋ ਗਏ, ਪੀਬੀ ਸ਼ੈਲੇ ਹੋ ਗਏ, ਲਾਰਡ ਬਾਇਰਨ ਹੋ ਗਏ, ਕੋਲਰਿਜ ਹੋ ਗਏ। ਇਹਨਾਂ ਸਾਰੇ ਕਵੀਆਂ ਨੇ ਜਿਹੜੇ ਸੀ ਇਹਨਾਂ ਦੇ ਉੱਤੇ ਜਿਹੜੀ ਸੀ ਫਰੈਂਚ ਰੈਵੋਲਿਊਸ਼ਨ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਅਤੇ ਉਹਨਾਂ ਨੇ ਆਪਣੇ ਲਿਟਰੇਚਰ ਦੇ ਵਿੱਚ ਇਹਨਾਂ ਦੇ ਬਾਰੇ ਚੀਜ਼ਾਂ ਲਿਖਣੀਆਂ ਸਟਾਰਟ ਕਰਤੀਆਂ। ਅੰਗਰੇਜ਼ੀ ਫਰਾਂਸੀਸੀ ਯੁੱਧ। ਸ਼ੁਰੂ ਵਿੱਚ ਇੰਗਲੈਂਡ ਨੇ ਫਰਾਂਸ ਵਿੱਚ ਕਿਸੇ ਪ੍ਰਕਾਰ ਦਾ ਦਖਲ ਨਹੀਂ ਦਿੱਤਾ ਅਤੇ ਕ੍ਰਾਂਤੀ ਨੂੰ ਉਹ ਉਹਨਾਂ ਦਾ ਘਰੇਲੂ ਮਸਲਾ ਵੀ, ਅਗਰ ਫਰੈਂਚ ਰੈਵੋਲਿਊਸ਼ਨ ਆ ਰਹੀ ਹੈ ਫਰਾਂਸ ਦੇ ਵਿੱਚ ਤਾਂ ਇਹਨਾਂ ਦਾ ਆਪਸੀ ਮਸਲਾ ਹੈ, ਸਾਡਾ ਕੋਈ ਮਸਲਾ ਨਹੀਂ। ਤਾਂ ਇੰਗਲੈਂਡ ਇਹ ਸੋਚਦਾ ਸੀ। ਪਰ ਜਦੋਂ ਫਰਾਂਸ ਦੀ ਸੁਤੰਤਰਤਾ ਦੇ ਸਿਧਾਂਤ ਸਾਰੇ ਯੂਰਪ ਦੇ ਵਿੱਚ ਜਿਹੜਾ ਸੀ ਫੈਲਣਾ ਸਟਾਰਟ ਹੋ ਗਿਆ ਤਾਂ ਇੰਗਲੈਂਡ ਨੂੰ ਦਖਲਅੰਦਾਜ਼ੀ ਦੇਣੀ ਪਈ। ਤਾਂ ਫਰਾਂਸ ਦੁਆਰਾ ਸ਼ੈਲਟ ਨਦੀ ਨੂੰ ਵਪਾਰ ਦੇ ਲਈ ਖੋਲ੍ਹਣ ਅਤੇ ਆਪਣੇ ਰਾਜਾ ਅਤੇ ਰਾਣੀ ਨੂੰ ਮੌਤ ਦੀ ਸਜ਼ਾ ਦੇਣ ਦੇ ਨਾਲ ਸਥਿਤੀ ਜਿਹੜੀ ਸੀ ਗੰਭੀਰ ਹੋ ਗਈ। ਇਸ ਦਾ ਨਤੀਜਾ ਦੋਨਾਂ ਦੇਸ਼ਾਂ ਵਿੱਚ ਹਥਿਆਰਬੰਦ ਯੁੱਧ ਦੇ ਰੂਪ ਵਿੱਚ ਨਿਕਲਿਆ, ਜੋ ਕਾਫੀ ਸਾਲਾਂ ਤੱਕ ਜਿਹੜਾ ਸੀਗਾ ਚੱਲਿਆ। ਤਾਂ ਅੰਗਰੇਜ਼ਾਂ ਨੇ ਜਿਹੜਾ ਸੀਗਾ, ਕਿਉਂਕਿ ਇਸ ਦੇ ਕਰਕੇ ਇੰਗਲੈਂਡ ਦੇ ਵਿੱਚ ਵੀ ਜਿਹੜੇ ਲੋਕ ਸੀਗੇ ਉਹ ਜਿਹੜੇ ਸੀਗੇ ਕੀ ਮੰਗ ਰਹੇ ਸੀਗੇ, ਸੁਤੰਤਰਤਾ। ਤਾਂ ਇਹ ਸਾਰੇ ਨਾਰੇ ਜਿਹੜੇ ਸੀ ਸੁਤੰਤਰਤਾ ਦਾ, ਸਮਾਨਤਾ ਦਾ, ਭਾਈਚਾਰੇ ਦਾ, ਤਾਂ ਇਹਦੇ ਕਰਕੇ ਜਿਹੜਾ ਸੀ ਰਾਜਨੀਤਿਕ ਸੁਤੰਤਰਤਾ ਲੋਕ ਮੰਗ ਰਹੇ ਸੀ। ਸੋ ਇੰਗਲੈਂਡ ਦੇ ਵਿੱਚ ਜਿਹੜਾ ਸੀਗਾ ਇਹ ਚੀਜ਼ ਨੂੰ ਨਹੀਂ ਸੀ ਚਾਹੁੰਦਾ, ਇਸ ਕਰਕੇ ਜਿਹੜਾ ਸੀ ਦੋਨਾਂ ਦੇਸ਼ਾਂ ਦੇ ਵਿਚਕਾਰ ਯੁੱਧ ਹੋਣਾ ਸ਼ੁਰੂ ਹੋ ਗਿਆ, ਕਾਫੀ ਦੇਰ ਤੱਕ ਵੀ ਚੱਲਿਆ। ਸਮਾਜਿਕ ਆਰਥਿਕ ਅਵਸਥਾ 'ਤੇ ਪ੍ਰਭਾਵ। ਇੰਗਲੈਂਡ ਨੂੰ ਫਰਾਂਸੀਸੀ ਕ੍ਰਾਂਤੀ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਯੰਗਰ ਪਿਟ ਨੇ ਦਮਨ ਦੀ ਨੀਤੀ ਅਪਣਾਈ, ਆਪਾਂ ਪਿੱਛੇ ਵੀ ਪੜ੍ਹਿਆ, ਪਰ ਸਰਕਾਰ ਨੇ ਕੋਈ ਖਾਸ ਸਮਾਜ ਸੁਧਾਰ ਕਦਮ ਨਾ ਉਠਾਇਆ। ਫਲਸਰੂਪ ਇੰਗਲੈਂਡ ਦੇ ਲੋਕਾਂ ਦਾ ਸਮਾਜਿਕ ਜੀਵਨ ਬਹੁਤ ਹੀ ਜ਼ਿਆਦਾ ਪਿਛੜਨਾ ਸਟਾਰਟ ਹੋ ਗਿਆ ਅਤੇ ਫਰਾਂਸ ਦੇ ਨਾਲ ਬਹੁਤ ਸਾਰੀਆਂ ਲੰਬੀਆਂ ਲੜਾਈਆਂ ਚੱਲੀਆਂ ਨੇ। ਇਸ ਕਰਕੇ ਇੰਗਲੈਂਡ ਦੀ ਆਰਥਿਕ ਦਸ਼ਾ ਖਰਾਬ ਹੋ ਗਈ, ਕਿਉਂਕਿ ਖਜ਼ਾਨਾ ਜਿਹੜਾ ਸੀ ਖਾਲੀ ਹੋਣਾ ਸਟਾਰਟ ਹੋ ਗਿਆ ਸੀ। ਯੂਰਪ ਦੇ ਹੋਰ ਦੇਸ਼ਾਂ ਦੇ ਉੱਤੇ ਵੀ ਪ੍ਰਭਾਵ ਪਿਆ। ਫਸਟ ਆਫ ਆਲ ਤਾਂ ਰਾਜਨੀਤਿਕ ਅਧਿਕਾਰਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਜਾਗ੍ਰਿਤੀ ਆ ਗਈ। ਫਰਾਂਸੀਸੀ ਕ੍ਰਾਂਤੀ ਦੇ 3 ਮੁੱਢਲੇ ਸਿਧਾਂਤ ਸੀ, ਸਮਾਨਤਾ, ਸੁਤੰਤਰਤਾ ਅਤੇ ਭਾਈਚਾਰਾ। ਤਾਂ ਇਹ ਤਿੰਨੇ ਵਰਡਸ ਨੇ, ਤਿੰਨੇ ਸਿਧਾਂਤਾਂ ਨੇ ਯੂਰਪ ਦੇ ਸਾਰੇ ਦੇਸ਼ਾਂ ਨੂੰ ਝੰਜੋੜ ਕੇ ਰੱਖਤਾ ਅਤੇ ਲੋਕਾਂ ਦੇ ਜਿਹੜੇ ਦੇਸ਼ ਦੀ ਜਨਤਾ ਸੀ, ਲੋਕ ਸੀ, ਇਹਨਾਂ ਨੇ ਰਾਜਤੰਤਰ, ਜਿਹੜੇ ਰਾਜਿਆਂ ਦਾ ਤੰਤਰ ਸੀਗਾ, ਉਹਨਾਂ ਦੇ ਵਿਰੁੱਧ ਵਿਦਰੋਹ ਦਾ ਝੰਡਾ ਜਿਹੜਾ ਸੀਗਾ ਖੜਾ ਕਰ ਦਿੱਤਾ ਅਤੇ ਫਰਾਂਸ ਅਜਿਹੇ ਦੇਸ਼ਾਂ ਦਾ ਲੀਡਰ ਬਣ ਗਿਆ, ਆਗੂ ਬਣ ਗਿਆ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਹ ਉਹਨਾਂ ਲੋਕਾਂ ਦਾ ਸਾਥ ਦੇਣਗੇ ਜੋ ਇਹਨਾਂ ਮੁੱਢਲੇ ਸਿਧਾਂਤਾਂ ਦਾ ਪੱਖ ਲੈਣਗੇ। ਸੋ ਇਹਨਾਂ ਘੋਸ਼ਣਾਵਾਂ ਦੇ ਕਰਕੇ ਬਹੁਤ ਸਾਰੇ ਰਾਜੇ ਜਿਹੜੇ ਸੀ ਯੂਰਪ ਦੇ, ਉਹਨਾਂ ਦਾ ਸਿੰਘਾਸਨ ਡੋਲਣ ਲੱਗਿਆ, ਬਿਕੋਜ਼ ਲੋਕਾਂ ਨੇ ਯੁੱਧ ਛੇੜਤਾ ਕਿ ਰਾਜੇ ਆਪਣਾ ਤੰਤਰ ਖਤਮ ਕਰਨ ਅਤੇ ਲੋਕਤੰਤਰ ਜਿਹੜਾ ਹੈ ਲੋਕਾਂ ਦਾ ਤੰਤਰ ਆਏਗਾ। ਕ੍ਰਾਂਤੀਕਾਰੀ ਯੁੱਧਾਂ ਦੀ ਸ਼ੁਰੂਆਤ ਹੋਣੀ ਸਟਾਰਟ ਹੋ ਗਈ। ਯੂਰਪੀ ਰਾਜਿਆਂ ਦੇ ਵਿੱਚ ਇਹ ਡਰ ਫੈਲ ਗਿਆ ਕਿ ਅਗਰ ਉਹ ਫਰਾਂਸ ਦੀਆਂ ਸੀਮਾਵਾਂ ਨੂੰ ਖਤਮ ਨਹੀਂ ਕਰਨਗੇ, ਮਤਲਬ ਕਿ ਅਗਰ ਫਰਾਂਸ ਵੱਲੋਂ ਕੋਈ ਵੀ ਬੰਦਾ ਇੱਧਰ ਉੱਧਰ ਜਾਣਾ ਆਵੇ ਨਾ ਜਾਵੇ ਅਤੇ ਵਪਾਰ ਕਰਨਾ ਬੰਦ ਉਹਨਾਂ ਨੇ ਕਰਤਾ ਕਿ ਨਹੀਂ, ਅਗਰ ਐਸਾ ਕੁਝ ਹੋਏਗਾ ਤਾਂ ਜਿਹੜਾ ਹੈ ਲੋਕ ਇੱਕ ਦੂਜੇ ਨਾਲ ਮੇਲ ਮਿਲਾਪ ਕਰਨਗੇ ਤਾਂ ਸਾਡੀ ਜਨਤਾ ਵੀ ਸਾਡੇ ਪ੍ਰਤੀ ਜਿਹੜੀ ਹੈ ਖੜੀ ਹੋ ਜਾਏਗੀ, ਵਿਰੁੱਧ ਖੜੀ ਹੋ ਜਾਏਗੀ। ਅਤੇ ਇਸ ਕਰਕੇ ਜਿਹੜਾ ਸੀ ਉਹਨਾਂ ਨੇ ਪ੍ਰਚਾਰ ਤੇ ਪ੍ਰਸਾਰ ਦਾ ਦਮਨ ਕਰਨ ਦਾ ਜਿਹੜਾ ਸੀ ਨਿਸ਼ਚੇ ਕਰ ਲਿਆ ਅਤੇ ਛੇਤੀ ਹੀ ਇਸ ਉਹਨਾਂ ਨੇ ਸੰਘ ਬਣਾ ਲਿਆ। ਅਤੇ ਸੰਘ ਦੇ ਮੈਂਬਰ ਕੌਣ ਸੀ? ਇੰਗਲੈਂਡ, ਪਰਸ਼ੀਆ, ਆਸਟਰੀਆ ਅਤੇ ਰੂਸ। ਜਲਦੀ ਹੀ ਉਹਨਾਂ ਨੇ ਸਾਂਝੇ ਤੌਰ 'ਤੇ ਫਰਾਂਸ 'ਤੇ ਹਮਲਾ ਕਰਤਾ ਅਤੇ
ਯੁੱਧਾਂ ਦਾ ਦੌਰ ਜਿਹੜਾ ਸੀ ਉਹ ਛੇੜਤਾ ਅਤੇ ਜੋ ਕਿ 1815 ਵਿੱਚ ਨੈਪੋਲੀਅਨ ਦੇ ਪਤਨ ਦੇ ਨਾਲ ਹੀ ਖਤਮ ਹੋਇਆ। ਸੋ ਮਤਲਬ ਯੁੱਧਾਂ ਦੀ ਲੜੀ ਲਗਾਤੀ। ਪ੍ਰਤੀਕਿਰਿਆਵਾਦ ਦੇ ਯੁੱਗ ਦਾ ਆਰੰਭ। ਕ੍ਰਾਂਤੀ ਵਿੱਚ ਹੋਏ ਭਿਅੰਕਰ ਖੂਨ ਖਰਾਬੇ ਦੇ ਕਾਰਨ ਯੂਰਪ ਵਿੱਚ ਪ੍ਰਤੀਕਿਰਿਆਵਾਦ ਦੇ ਯੁੱਗ ਦਾ ਆਰੰਭ ਹੋਇਆ। ਸਾਰੇ ਨਿਰੰਕੁਸ਼ ਰਾਜੇ ਕਿਸੇ ਨਾ ਕਿਸੇ ਤਰ੍ਹਾਂ ਕ੍ਰਾਂਤੀਕਾਰੀ ਵਿਚਾਰਾਂ ਨੂੰ ਖਤਮ ਕਰਨਾ ਚਾਹੁੰਦੇ। ਸਾਰੇ ਦੇਸ਼ ਦੇ ਰਾਜਾ ਕਹਿੰਦੇ ਹੁੰਦੇ ਸੀਗੇ, ਕਹਿੰਦੇ ਇਹ ਚੀਜ਼ ਰੋਕਣੀ ਪਏਗੀ, ਆਪਣੀਆਂ ਬਾਉਂਡਰੀਜ਼ ਜਿਹੜੀਆਂ ਨੇ ਉਹ ਸੀਮਿਤ ਕਰਨੀਆਂ ਪੈਣਗੀਆਂ। ਇਸ ਲਈ ਉਹਨਾਂ ਨੇ ਕੀ ਕੀਤਾ, ਇਹ ਸਭ ਤੋਂ ਵੱਡੇ ਪ੍ਰਤੀਕਿਰਿਆਵਾਦੀ ਵਿਅਕਤੀ ਮੈਟਰਨਿਕ ਸੀਗਾ, ਆਸਟਰੀਆ ਦਾ ਚਾਂਸਲਰ, ਉਹਨਾਂ ਨੂੰ ਆਪਣਾ ਨੇਤਾ ਮੰਨ ਲਿਆ ਅਤੇ ਕ੍ਰਾਂਤੀਕਾਰੀ ਜਿਹੜੇ ਵੀ ਵਿਚਾਰ ਹੁੰਦੇ ਸੀਗੇ ਦੇਸ਼ਾਂ ਦੇ ਵਿੱਚ ਤਾਂ ਉਹਨਾਂ ਨੂੰ ਕੁਚਲਣਾ ਸਟਾਰਟ ਕਰਤਾ। ਉਹਨਾਂ ਦੇ ਯਤਨਾਂ ਨਾਲ ਸਮਾਚਾਰ ਪੱਤਰਾਂ ਦੀ ਸੁਤੰਤਰਤਾ ਖਤਮ ਕਰਤੀ। ਇਹਨੇ ਸਭ ਤੋਂ ਪਹਿਲਾਂ ਪ੍ਰੈਸ 'ਤੇ ਰੋਕ ਲਗਾਈ ਤਾਂ ਕਿ ਜਿਹੜਾ ਸੀਗਾ ਰੋਕ ਲਗਾਈ ਜਾ ਸਕੇ, ਲੋਕ ਆਪਣੇ ਸੁਤੰਤਰ ਵਿਚਾਰ ਜਿਹੜੇ ਨੇ ਪ੍ਰਗਟਾ ਨਾ ਸਕਣ, ਸੁਤੰਤਰਤਾ ਮੰਗ ਨਾ ਸਕਣ। ਤਾਂ ਉਹਨਾਂ ਨੇ ਜਿਹੜਾ ਹੈ ਪ੍ਰੈਸ ਦੇ ਉੱਤੇ ਰੋਕ ਲਗਾਤੀ ਕਿ ਕੋਈ ਵੀ ਪ੍ਰੈਸ ਦੇ ਵਿੱਚ ਕੁਝ ਵੀ ਨਹੀਂ ਛਪਵਾ ਸਕਦਾ, ਅਖਬਾਰਾਂ ਵਿੱਚ, ਮੈਗਜ਼ੀਨਾਂ ਵਿੱਚ, ਰਸਾਲਿਆਂ ਵਿੱਚ, ਬੁੱਕਸ ਵਿੱਚ। ਜਿਹੜੀਆਂ ਵੱਡੀਆਂ ਵਿਸ਼ਵ ਵਿਦਿਆਲੇ ਸੀ, ਯੂਨੀਵਰਸਿਟੀ ਸੀ, ਉਹਦੇ ਵਿੱਚ ਜਿਹੜੇ ਵਿਸ਼ੇ ਪੜ੍ਹਾਏ ਜਾਣ, ਜਿਹੜੀਆਂ ਵੀ ਕ੍ਰਾਂਤੀ ਦੀਆਂ ਗੱਲਾਂ ਸੀਗੀਆਂ, ਸੋ ਸਾਰੀਆਂ ਨੂੰ ਡਿਲੀਟ ਕਰ ਦਿੱਤਾ। ਮਤਲਬ ਕ੍ਰਾਂਤੀ ਦੀ ਗੱਲ ਕੋਈ ਵੀ ਨਹੀਂ ਕਰੇਗਾ, ਠੀਕ ਹੈ। ਅਧਿਆਪਕਾਂ 'ਤੇ ਰੋਕ ਲਗਾਤੀ ਕਿ ਤੁਸੀਂ ਕ੍ਰਾਂਤੀ ਬਾਰੇ ਕੋਈ ਵੀ ਸ਼ਬਦ ਨਹੀਂ ਬੋਲਣਾ। ਯੂਰਪ ਵਿੱਚ 1815 ਈਸਵੀ ਤੋਂ 1848 ਤੱਕ ਯੁੱਗ ਪ੍ਰਤੀਕਿਰਿਆਵਾਦ ਦਾ ਯੁੱਗ ਮੰਨਿਆ ਜਾਂਦਾ ਅਤੇ ਮੈਟਰਨਿਕ ਯੁੱਗ ਵੀ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ। ਯੂਰਪ ਦੇ ਸਾਹਿਤ ਦਾ ਪ੍ਰਭਾਵ। ਯੂਰਪ ਦੇ ਸਾਹਿਤ 'ਤੇ ਪ੍ਰਭਾਵ ਕੀ ਪਿਆ ਕਿ ਫਰਾਂਸੀਸੀ ਕ੍ਰਾਂਤੀ ਦਾ ਪ੍ਰਭਾਵ ਤਤਕਾਲੀਨ ਯੂਰਪੀਅਨ ਸਾਹਿਤ 'ਤੇ ਵੀ, ਯੂਰਪੀਅਨ ਲਿਟਰੇਚਰ 'ਤੇ ਵੀ ਪਿਆ। ਫਰਾਂਸ ਦੀ ਕ੍ਰਾਂਤੀ ਦੇ ਸਿਧਾਂਤਾਂ ਨੇ ਯੂਰਪੀ ਸਾਹਿਤਕਾਰਾਂ ਨੂੰ ਡੂੰਘੇ ਤੌਰ 'ਤੇ ਪ੍ਰਭਾਵਿਤ ਕੀਤਾ। ਸਪਸ਼ਟ ਛਾਪ ਉਹਨਾਂ ਦੀ ਰਚਨਾਵਾਂ ਦੇ ਉੱਤੇ ਜਿਹੜੀ ਹੈ ਦੇਖਣ ਨੂੰ ਮਿਲਦੀ ਹੈ। ਵਿਕਟਰ ਹਿਊਗੋ ਦੀ ਲਾ ਮਿਜ਼ਰੇਬਲ, ਗੋਇਟੋ ਦੀ ਫਾਸਟ, ਸਾਊਦੇ ਦੀ ਡੌਨ ਆਫ ਆਰਕ, ਸ਼ੈਲੀ ਦੀ ਮਿਸਟੇਕ ਆਫ ਐਨਾਰਕੀ, ਇਹ ਸਾਰੀਆਂ ਜਿਹੜੀਆਂ ਸੀ ਰਚਨਾਵਾਂ ਕ੍ਰਾਂਤੀ ਦੇ ਨਾਲ ਭਰਪੂਰ ਸਨ। ਸੋ ਇਹ ਸੀ ਅੱਜ ਦਾ ਵੀਡੀਓ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਪੋਲੀਅਨ ਵਾਲਾ ਚੈਪਟਰ ਪੜ੍ਹਾਂਗੇ। ਸੋ ਮਿਲਦੇ ਨਵੇਂ ਵੀਡੀਓ ਦੇ ਨਾਲ।